ਵੀਡੀਓ ਬੇਸਿਕਲੀ ਇਹ ਮੇਰੇ ਤੁਹਾਡੇ ਜੇ ਮਾੜਾ ਮਿਡਲ ਕਲਾਸ ਬੰਦਾ ਜਿਹੜਾ ਬੱਕਰੀ ਫਾਰਮਿੰਗ ਦਾ ਸ਼ੌਕ ਰੱਖਦਾ ਹੈ, ਬੱਕਰੀਆਂ ਸ਼ੁਰੂ ਕਰਨਾ ਚਾਹੁੰਦਾ ਲੇਕਿਨ ਪੈਸੇ ਘੱਟ ਨੇ, ਉਹਨਾਂ ਵਾਸਤੇ ਹੈ ਵੀਡੀਓ। ਠੀਕ ਹੈ, ਆ ਦੋਨੋਂ ਬੱਕਰੀਆਂ ਪਿਛਲੇ ਸਾਲ ਮੈਂ ਅਸਾਂ ਲਈਆਂ ਹਨ 65,000 ਰੁਪਏ ਦੀਆਂ। ਹੁਣ ਮਾੜਾ ਬੰਦਾ ਜਿਹੜਾ ਬੱਕਰੀ ਫਾਰਮਿੰਗ ਕਰਨਾ ਚਾਹੁੰਦਾ ਹੈ, ਗਰੀਬ ਬੰਦਾ, ਉਹਨੂੰ ਸਸਤੀਆਂ ਬੱਕਰੀਆਂ ਕਿੱਥੋਂ ਕਿਸ ਤਰ੍ਹਾਂ ਲੱਭਣਗੀਆਂ, ਕੀ ਤਰੀਕਾਕਾਰ ਹੋਏਗਾ, ਕਿੰਜ ਦੀਆਂ ਹੋਣਗੀਆਂ। ਕਿ ਮੈਂ 65,000 ਦੀਆਂ ਦੋ ਬੱਕਰੀਆਂ ਕਿਸ ਤਰ੍ਹਾਂ ਲਈਆਂ ਔਰ ਇਹਨਾਂ 'ਚ ਕਿੰਜ ਮੁਨਾਫਾ ਕਮਾਇਆ, ਕੀ ਮੈਂ ਅੱਜ ਤੱਕ ਇਹਨਾਂ 'ਚ ਕਮਾਇਆ ਇੱਕ ਸਾਲ ਦੇ ਅੰਦਰ ਅੰਦਰ, ਉਹਦੀ ਤੁਹਾਨੂੰ ਡਿਟੇਲ ਦਿੰਦੇ ਆ। ਉਹੋ ਹੀ ਬੱਕਰੀ ਜਿਹੜੀ ਤੁਸੀਂ 35-40,000 ਦੀ ਲੈ ਕੇ ਆਏ ਹੋਵੋਗੇ ਨਾ, 2 ਮਾਹ ਬਾਅਦ ਐਸ ਰੂਟੀਨ ਨਾਲ ਅਗਰ ਚੱਲੋਗੇ ਤਾਂ ਤੁਹਾਡੀ ਉਹੀ ਬੱਕਰੀ ਭਰਾ ਅਕਸਰ ਭਰਾ ਗਲਤੀ ਕਰ ਜਾਂਦੇ ਨੇ, ਜਿਹਦੇ ਨਾਲ ਜਨਾਬ ਬੱਕਰੀ ਐਕਸਪਾਇਰ ਹੋ ਜਾਂਦੀ ਹੈ, ਉਲਟਾ ਨੁਕਸਾਨ ਹੋ ਜਾਂਦਾ। ਫਿਰ ਪਲੱਸ ਪੁਆਇੰਟ ਇੱਕ ਹੋਰ ਵੇਖੋ ਤੁਸੀਂ ਕਿ ਅੱਗੂ ਦੋਨੋਂ ਬੱਕਰੀਆਂ ਫੇਰ ਗੱਭਣ ਹੋ ਗਈਆਂ ਹੋਈਆਂ, ਅੱਜ ਕੋਲ 10-15 ਦਿਨ ਹੋ ਗਏ ਨੇ ਇਹਨਾਂ ਨੂੰ ਗੱਭਣ ਹੋਇਆ। ਬਿਸਮਿल्लाहिर्रहमानिर्रहीम, अस्सलाम वालेकुम ਵੀਰੋ, ਕੀ ਹਾਲ ਹੈ? ਠੀਕ ਠਾਕ ਵੀਰੋ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਇੱਕ ਸ਼ੌਕ ਕਰਾਉਣ ਲਾ, ਜਾਨਵਰਾਂ ਨੂੰ ਪਹਿਲਾਂ ਗੌਰ ਨਾਲ ਵੇਖ ਲਓ, ਫਿਰ ਅੱਗੇ ਜਿਹੜਾ ਨਾ ਵੀਡੀਓ ਵੱਲ ਤੁਰਨੇ ਆ। ਸਭ ਤੋਂ ਪਹਿਲੇ ਤੇ ਸਾਰੇ ਭਰਾ ਜ਼ਰਾ ਗੌਰ ਦੇ ਨਾਲ ਇਹ ਬੱਕਰੀ ਨੂੰ ਗੌਰ ਨਾਲ ਵੇਖੋ। ਇਹ ਪਾਕਿਸਤਾਨ ਦੀ ਟਾਪ ਕੁਆਲਿਟੀ ਬੱਕਰੀਆਂ ਦੇ ਨਸਲਾਂ ਦੇ ਵਿੱਚੋਂ ਜਨਾਬ ਆਉਂਦੀ ਹੈ, ਵੀ ਕਹਿ ਲਓ ਕਿ ਸਿੰਧੀ ਗੁਲਾਬੀ ਪਿਓਰ ਨਸਲ ਹੈ। ਠੀਕ ਹੈ, ਸਾਰੇ ਭਰਾਵਾਂ ਨੇ ਮਾਸ਼ਾਅੱਲਾ ਜ਼ਰੂਰ ਕਹਿਣਾ, ਜ਼ਰਾ ਸ਼ੌਕ ਕਰੋ ਇਸ ਬੱਕਰੀ ਦਾ। ਠੀਕ ਹੈ, ਇਹਦੇ ਨਾਲ ਅੱਗੇ ਦੂਸਰੀ ਬੱਕਰੀ ਪਟੇ ਖਾ ਰਹੀ ਹੈ, ਇਹ ਪੰਜਾਬ ਦੀ ਜਨਾਬ ਟਾਪ ਕੁਆਲਿਟੀ ਨਸਲਾਂ ਦੇ ਵਿੱਚ ਆਉਂਦੀ ਹੈ, ਇਹ ਪਿਓਰ ਨਾਗਰੀ ਬੱਕਰੀ ਹੈ। ਠੀਕ ਹੈ, ਪਿਓਰ ਬਲੱਡ ਲਾਈਨ ਹੈ ਇਹਦਾ। ਸਾਰੇ ਭਰਾ ਦੇ ਵਾਲ ਵੀ ਵੇਖ ਕੇ ਇੱਕ ਦਫਾ ਮਾਸ਼ਾਅੱਲਾ ਕਹਿ ਦਿਓ। ਠੀਕ ਹੈ, ਇਹ ਦੋਨੋਂ ਬੱਕਰੀਆਂ ਜਿਹੜੀਆਂ ਨੇ ਤੁਹਾਨੂੰ ਬੱਕਰੀਆਂ ਵਹਾਉਣ ਦਾ ਮਕਸਦ ਅੱਗੇ ਚੱਲ ਕੇ ਸਮਝ ਆਉਂਦੀ ਹੈ। ਠੀਕ ਹੈ, ਇਹ ਦੋਨੋਂ ਬੱਕਰੀਆਂ ਪਿਛਲੇ ਸਾਲ ਮੈਂ ਅਸਾਂ ਲਈਆਂ ਹਨ 65,000 ਰੁਪਏ ਦੀਆਂ। ਹੁਣ ਤੁਸੀਂ ਭਰਾਵਾਂ ਸਾਰਿਆਂ ਕਹਿਣਾ ਲੈ ਬਈ ਬੰਦਾ ਝੂਠ ਮਾਰਦਾ ਹੀ ਪਿਆ, ਤੇ ਝੂਠ ਵਾਲੀ ਕੋਈ ਹਕੀਕਤ ਹੈ ਬਿਲਕੁਲ ਸਾਰੀ, ਕੋਈ ਝੂਠ ਨਹੀਂ ਹੈ। ਐਸਾ 65,000 ਦੀਆਂ ਲਈਆਂ ਸਨ ਔਰ ਅੱਗੇ ਚੱਲ ਕੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਨੇ ਆ, ਇਹਨਾਂ ਦੀ ਡਿਟੇਲ ਦਿੰਦੇ ਆ ਕਿ ਇਹਨਾਂ ਦੇ ਵਿੱਚੋਂ ਅਸਾਂ ਇੱਕ ਸਾਲ ਦੇ ਅੰਦਰ ਅੰਦਰ ਜਨਾਬ 65,000 ਦੀਆਂ ਲੈ ਕੇ ਤੇ ਕਿੰਨੇ ਕੁ ਪ੍ਰੋਫਿਟ ਲਈਏ, ਕੀ ਤਰੀਕਾਕਾਰ ਸੀ ਇਹਨਾਂ ਦਾ, ਕਿੰਨਾ ਅਖਰਾਜਾਤ ਆਏ ਨੇ, ਔਰ ਉਸ ਤੋਂ ਇਲਾਵਾ ਕਿ 65,000 ਦੀਆਂ ਸਾਨੂੰ ਲੱਭੀਆਂ ਕਿਸ ਤਰ੍ਹਾਂ ਹਨ, ਕਿਉਂਕਿ 65,000 ਦੀਆਂ ਲੱਭਦੀਆਂ ਨਹੀਂ, ਸਾਰੇ ਭਰਾਵਾਂ ਦਾ ਹੀ ਸਵਾਲ ਹੋਣਾ। ਉਹ ਵੀ ਅੱਗੇ ਚੱਲ ਕੇ ਤੁਹਾਨੂੰ ਦੱਸਨੇ ਆ ਕਿ 65,000 ਦੀਆਂ ਬੱਕਰੀਆਂ ਲੱਭੀਆਂ ਕਿਸ ਤਰ੍ਹਾਂ ਨੇ। ਠੀਕ ਹੈ, ਉਹਦੇ ਤੋਂ ਪਹਿਲਾਂ ਦੁਬਾਰਾ ਆਪਣੇ ਟਾਪਿਕ ਵੱਲ ਆਉਂਦੇ ਆ, ਫਿਰ ਅੱਗੇ ਚੱਲ ਕੇ ਤੁਹਾਨੂੰ ਸਮਝ ਆਏਗੀ ਆਇਆ ਕਿ ਇਹ ਬੱਕਰੀਆਂ ਤੁਹਾਨੂੰ ਵਹਾਈਆਂ ਕਿਉਂ ਨੇ ਮੈਂ। ਅੱਛਾ ਵੀਰੋ, ਬੱਕਰੀਆਂ ਤੁਸੀਂ ਵੇਖ ਲਈਆਂ ਸਾਰਿਆਂ ਨੇ। ਠੀਕ ਹੈ, ਬੱਕਰੀਆਂ ਵਹਾਉਣ ਦਾ ਮਕਸਦ ਕੁਝ ਹੋਰ ਸੀ, ਅੱਗੇ ਚੱਲ ਕੇ ਤੁਹਾਨੂੰ ਸਮਝ ਆਈ ਹੈ ਕਿ ਜਦੋਂ ਇਹਨਾਂ ਤੋਂ ਡਿਟੇਲ ਦੱਸਾਂਗੇ ਕਿ ਆਇਆ ਕਿ 65,000 ਦੀਆਂ ਲੱਭੀਆਂ ਕਿੰਨੀਆਂ ਨੇ। ਉਹਦੇ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਸ਼ੁਰੂ ਕਰਨੇ ਔਰ ਦੱਸਣੇ ਆ ਜਿਹੜੇ ਸਾਰੇ ਭਰਾਵਾਂ ਦੇ ਜ਼ਹੀਨ 'ਚ ਸਵਾਲਾਤ ਨੇ, ਜਿਹੜੀ ਜਿਸ ਵੀਡੀਓ 'ਚ ਜਵਾਬ ਦੇਣੇ ਨੇ। ਕਿ ਉਹਦੇ 'ਚ ਪਹਿਲਾ ਸਵਾਲ ਕੀ ਹੈ ਕਿ ਮਾੜਾ ਬੰਦਾ ਜਿਹੜਾ ਬੱਕਰੀ ਫਾਰਮਿੰਗ ਕਰਨਾ ਚਾਹੁੰਦਾ ਹੈ, ਗਰੀਬ ਬੰਦਾ, ਉਹਨੂੰ ਸਸਤੀਆਂ ਬੱਕਰੀਆਂ ਕਿੱਥੋਂ ਕਿਸ ਤਰ੍ਹਾਂ ਲੱਭਣਗੀਆਂ, ਕੀ ਤਰੀਕਾਕਾਰ ਹੋਏਗਾ, ਕਿੰਜ ਦੀਆਂ ਹੋਣਗੀਆਂ। ਠੀਕ ਹੈ, ਦੂਸਰੇ ਨੰਬਰ ਦੇ ਵਿੱਚ ਉਹਨਾਂ ਨੂੰ ਅੱਗੇ ਤੋਰਨ ਦੇ, ਉਹਨਾਂ ਕੋਲ ਪ੍ਰੋਫਿਟ ਲੈਣ ਦੇ ਕੀ ਤਰੀਕਾਕਾਰ ਹੋਣਗੇ, ਕਿਹੜੇ ਤਰੀਕੇ ਨਾਲ ਉਹਨਾਂ ਕੋਲ ਫਾਇਦਾ ਲਿਆ ਜਾਏਗਾ, ਉਹ ਫਾਇਦੇ 'ਚ ਰਹਿਣਗੀਆਂ। ਠੀਕ ਹੈ, ਇਹਦੇ ਸਭ ਤੋਂ ਪਹਿਲਾ ਸਵਾਲ ਜਿਹੜਾ ਉਹ ਬੱਕਰੀਆਂ ਕਿੱਥੋਂ ਲੱਭਣੀਆਂ ਔਰ ਕਿੰਨੇ ਦੀਆਂ ਲੱਭਣੀਆਂ। ਉਹਦੇ ਵਾਸਤੇ ਆਇਆ ਕਿ ਵੀਰੋ, ਅਗਰ ਤੇ ਇਹ ਵੀਡੀਓ ਬੇਸਿਕਲੀ ਇਹ ਮੇਰੇ ਤੁਹਾਡੇ ਜੇ ਮਾੜਾ ਮਿਡਲ ਕਲਾਸ ਬੰਦਾ ਜਿਹੜਾ ਬੱਕਰੀ ਫਾਰਮਿੰਗ ਦਾ ਸ਼ੌਕ ਰੱਖਦਾ ਹੈ, ਬੱਕਰੀਆਂ ਸ਼ੁਰੂ ਕਰਨਾ ਚਾਹੁੰਦਾ ਲੇਕਿਨ ਪੈਸੇ ਘੱਟ ਨੇ, ਉਹਨਾਂ ਵਾਸਤੇ ਹੈ ਵੀਡੀਓ। ਠੀਕ ਹੈ, ਸੋ ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਐਂਡ ਤੱਕ ਵੇਖੋ, ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮਜ਼ੀਦ ਆਈਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਠੀਕ ਹੈ, ਹੁਣ ਪਹਿਲਾ ਸਵਾਲ ਸੀ ਕਿ ਸਸਤੀਆਂ ਬੱਕਰੀਆਂ ਕਿੰਜ ਲੱਭਦੀਆਂ। ਉਹਦੇ ਵਾਸਤੇ ਵੀਰੋ, ਅਗਰ ਤੁਸੀਂ ਕੰਮ ਸ਼ੁਰੂ ਕਰਨਾ ਹੈ ਤੇ ਤੁਹਾਨੂੰ ਤੁਸੀਂ ਆਪਣੇ ਸ਼ਹਿਰ ਦੇ, ਆਪਣੀਆਂ ਤਹਿਸੀਲਾਂ ਦੇ ਨੇੜੇ ਤੇੜੇ ਦੀਆਂ ਜਿੰਨੀਆਂ ਤੁਹਾਡੇ ਕੋਲ ਮਵੇਸ਼ੀ ਮੰਡੀਆਂ ਲੱਗਦੀਆਂ, ਉਹਨਾਂ ਦੀ ਇੱਕ ਲਿਸਟ ਬਣਾਓ, ਬਣਾ ਕੇ ਤੁਹਾਨੂੰ ਪਤਾ ਹੋਏ ਤਾਂ ਕਿ ਫਲਾਣੇ ਦਿਨ ਫਲਾਣੀ ਜਗ੍ਹਾ ਮੰਡੀ, ਫਲਾਣੇ ਦਿਨ ਫਲਾਣੀ ਜਗ੍ਹਾ ਮੰਡੀ। ਉਹਨਾਂ ਮੰਡੀਆਂ ਦੀ ਵਿਜ਼ਿਟ ਕਰੋ, ਵਿਜ਼ਿਟ ਕਰਕੇ ਉਹਨਾਂ ਮੰਡੀਆਂ ਦੇ ਵਿੱਚ ਫਿਰ ਟੁਰ ਕੇ ਤੁਸੀਂ ਤਸੱਲੀ ਨਾਲ ਪਹਿਲੇ ਵੇਖਣਾ ਸਾਰਿਆਂ, ਉੱਥੋਂ ਤੁਸੀਂ ਜਾਨਵਰ ਚੁੱਕਣਾ, ਬੱਕਰੀ ਲੈਣੀ ਤੁਸੀਂ ਬਿਲਕੁਲ ਕਹਿ ਲਓ ਕਿ ਮਾੜੀ ਲਿੱਸੀ ਬੱਕਰੀ, ਉਹ ਤੁਹਾਨੂੰ ਮੰਡੀ ਦੇ ਵਿੱਚੋਂ ਮੈਕਸੀਮਮ 35 ਤੋਂ 40,000 ਰੁਪਏ ਦੀ ਆਸਾਨੀ ਨਾਲ ਮਿਲ ਜੂਗੀ। ਲੇਕਿਨ ਇਹਦੇ 'ਚ ਇੱਕ ਇਹਤਿਆਤ ਕਰਨੀ ਹੈ, ਸਭ ਤੋਂ ਵੱਡੀ ਇਹਤਿਆਤ ਕੀ ਹੈ, ਮਾੜੀ ਲਿੱਸੀ ਬੱਕਰੀ ਲੈਂਦੇ ਆ ਕਿ ਮਾੜੀ ਬੱਕਰੀ ਲੈਣੀ ਹੈ, ਬਿਮਾਰ ਜਾਂ ਬੁੱਢੀ ਬੱਕਰੀ ਨਹੀਂ ਲੈਣੀ। ਉਹਦਾ ਪਤਾ ਕਿੰਜ ਲੱਗੇਗਾ ਕਿ ਤੁਹਾਨੂੰ ਅਗਰ ਕੋਈ ਪਸੰਦ ਆਈ ਹੈ ਬੱਕਰੀ ਮੰਡੀ ਦੇ ਵਿੱਚ। ਠੀਕ ਹੈ, ਤੁਸੀਂ ਜਾਓ, ਜਿੰਜ ਅੰਬ ਪਾਰੀ ਕਰਦੇ ਤੁਸੀਂ ਦੇਖੇ ਹੋਣਾ, ਉਹਦਾ ਰਸਾ ਲਵਾਓ, ਉਹਨੂੰ ਥਾਪੜ ਮਾਰੋ, ਉਹਦੀ ਕੰਡ ਤੇ ਬੱਕਰੀ ਤੋਰੋ। ਅਗਰ ਤੇ ਬੱਕਰੀ ਤੁਰ ਪਈ, ਹੱਡ ਪੈਰ ਉਹਦੇ ਸਹੀ ਨੇ, ਸਾਰੇ ਸਲਾਮਤ ਨੇ, ਪਹਿਲਾ ਪਾਸ ਹੋ ਗਿਆ। ਦੂਸਰੀ ਚੀਜ਼ ਤੁਸੀਂ ਕੀ ਕਰਨੀ ਹੈ ਕਿ ਜਾਂਦਿਆਂ ਘਰੋਂ ਕੋ ਸਲੋਭਾ ਜਿਹਾ ਚਾਰਾ ਕੋ ਥੋੜਾ ਬਹੁਤ ਨਾਲ ਲੈ ਜਾਓ, ਪੱਠੇ, ਕੋਈ ਦਾਣਾ, ਕੋਈ ਚੀਜ਼ ਇੰਜ ਦੀ, ਉਹ ਜਾ ਕੇ ਤੁਸੀਂ ਉਹਦੇ ਅੱਗੇ ਕਰਨੀ ਹੈ। ਉਹਦੇ ਅੱਗੇ ਕਰ ਗਏ ਤੇ ਤੁਸੀਂ ਨੋਟ ਕਿਹੜੀ ਚੀਜ਼ ਕਰਨੀ ਹੈ ਕਿ ਉਹ ਖਾਣੀ ਸ਼ੁਰੂ ਹੋਈ ਹੈ ਤੇ ਆਇਆ ਉਹਦੇ ਖਾਣ ਦੀ ਸਪੀਡ ਕਿੰਜ ਦੀ। ਅਗਰ ਤੇ ਉਹ ਆਪਣੀ ਆਮ ਮਤਲਬ ਕਿ ਸਾਰੀ ਗੱਲ ਬੇਸ਼ੱਕ ਮਾੜੀ ਹੋਏਗੀ, ਲੇਕਿਨ ਖਾਣ ਦੀ ਅਗਰ ਉਹ
ਭੁੱਖਾਂ ਦੀ ਮਾਰੀ ਹੋਏਗੀ, ਉਹ ਖਾਏਗੀ ਸਪੀਡ ਨਾਲ, ਤੇ ਸਮਝ ਲਓ ਕਿ ਬੱਕਰੀ ਅੰਦਰੋਂ ਫਿੱਟ ਹੈ, ਦੋਏ ਰਿਜ਼ਲਟ ਉਹਦੇ ਪਾਸ ਹੋ ਗਏ। ਉਹ ਬੱਕਰੀ ਚੁੱਪ ਕਰਕੇ ਅੱਖਾਂ ਮੀਟ ਕੇ ਤੁਸੀਂ ਖਰੀਦ ਸਕਦੇ ਹੋ, ਠੀਕ ਹੈ। ਲੇਕਿਨ ਤੀਸਰੀ ਚੀਜ਼ ਹਾਂ ਇੱਕ ਹੋਰ ਚੈੱਕ ਕਰਨੀ, ਬੁੱਢੀ ਕਿੰਜ। ਬੁੱਢੀ ਵਾਸਤੇ ਤੁਸੀਂ ਉਹਨਾਂ ਦੇ ਉਹਦੇ ਦੰਦ ਚੈੱਕ ਕਰੋ। ਅਗਰ ਤੇ ਬੱਕਰੀ ਦੇ ਦੰਦ ਕਿਰ ਗਏ ਹੋਏ ਨੇ, ਅੱਠਾ ਲੱਗਾ ਹੋਇਆ, ਛਿੱਗਾ ਅੱਠਾ ਲੱਗ ਗਿਆ, ਜਾਂ ਫਿਰ ਉਹਦੇ ਦੰਦ ਹਿੱਲਦੇ ਨੇ, ਉਹ ਬੁੱਢੀ ਹੈ ਬੱਕਰੀ, ਉਹ ਨਹੀਂ ਲੈਣੀ, ਠੀਕ ਹੈ। ਔਰ ਅਗਰ ਇਹ ਵੀ ਨਹੀਂ, ਤਿੰਨਾਂ ਰਿਜ਼ਲਟਾਂ 'ਚ ਪਾਸ ਹੋ ਗਈ ਬੱਕਰੀ, ਉਹ ਬੱਕਰੀ ਖਾਮੀ ਖਰੀਦ ਲਓ ਤੁਸੀਂ, ਠੀਕ ਹੈ। ਖਰੀਦਣ ਤੋਂ ਬਾਅਦ ਘਰ ਲਿਆ ਕੇ ਜਾਨਵਰ, ਜਿਹੜੀ ਸਾਰੇ ਭਰਾ ਅਕਸਰ ਭਰਾ ਗਲਤੀ ਕਰ ਜਾਂਦੇ ਨੇ, ਜਿਹਦੇ ਨਾਲ ਜਨਾਬ ਬੱਕਰੀ ਐਕਸਪਾਇਰ ਹੋ ਜਾਂਦੀ ਹੈ, ਉਲਟਾ ਨੁਕਸਾਨ ਹੋ ਜਾਂਦਾ, ਫਿਰ ਜਨਾਬ ਸ਼ਿਕਾਇਤਾਂ ਕਰਦੇ ਨੇ, ਲਓ ਜੀ ਇਹ ਤਰੀਕਾ ਗਲਤ ਸੀ। ਉਹ ਤੁਹਾਨੂੰ ਉਹਦੀ ਸਭ ਤੋਂ ਪਹਿਲਾਂ ਨਿਸ਼ਾਨੀ ਦੱਸਦੇ ਆ, ਉਹ ਕੀ ਹੈ। ਤੇ ਦੇਖੋ ਵੀਰੋ, ਤੁਸਾਂ ਜਾਨਵਰ ਖਰੀਦਿਆ ਮਾੜਾ ਲਿਸਾ, ਉਹਦੇ ਵਿੱਚ ਸਾਲ ਪਹਿਲਾਂ ਹੀ ਪੂਰੇ ਜੇ ਨੇ, ਮਾੜਾ ਉਹ ਬੜਾ, ਠੀਕ ਹੈ। ਉਹਦੇ 'ਚ ਤੁਸੀਂ ਅਗਰ ਕੋਈ ਤਗੜਾ ਹੁੰਦਾ ਫਾਰਮੂਲਾ ਲਾਓਗੇ, ਉਹਨੇ ਕਦੇ ਵੀ ਨਹੀਂ ਜਰਨਾ। ਤਗੜੇ ਫਾਰਮੂਲੇ ਤੋਂ ਮੁਰਾਦ ਕਿ ਅਕਸਰ ਭਰਾ ਆਉਂਦੇ ਹੀ ਗਲਤੀ ਕੀ ਕਰਦੇ ਨੇ, ਸਭ ਤੋਂ ਵੱਡੀ ਜਿਹੜੀ ਬੱਕਰੀ ਦੀ ਜਾਨ ਲੈ ਜਾਂਦੀ ਹੈ, ਕਿ ਆਉਂਦੇ ਹੀ ਉਹਨੂੰ ਜਨਾਬ ਕਿਰਮਾਂ ਵਾਲੀ ਦਵਾਈ ਦੇਣੀ ਸ਼ੁਰੂ ਕਰ ਦੇਣੀ, ਆਈਵਰਮੈਕਟਨ ਲਾਣਾ ਸ਼ੁਰੂ ਕਰ ਦੇਣਾ। ਉਹ ਬੱਕਰੀ ਦੇ ਅੰਦਰ ਉਨੀ ਕੂਵਤ ਮੁਦਾਫਤ ਹੀ ਨਹੀਂ ਉਹ ਜਰ ਸਕੇ। ਇਸ ਲਈ ਇਹ ਗਲਤੀ ਕਦੇ ਨਹੀਂ ਕਰਨੀ। ਬੱਕਰੀ ਲੈ ਕੇ ਆਏ ਹੋ, ਆ ਕੇ ਉਹਨੂੰ ਕੋਈ 2-4 ਦਿਨ 5 ਦਿਨ ਜਿਹੜਾ ਨਾ ਪਹਿਲੇ ਵੇਖੋ ਤੱਕੋ, ਉਹਨੂੰ ਉਹਦੇ ਹਲਕੇ ਫੁਲਕੇ ਉਹਦੀ ਮਰਜ਼ੀ ਦੇ ਪੱਠੇ ਪਾਓ, ਜੇ ਉਹ ਸਲੋਬੇ ਚੰਗੇ ਖਾ ਸਕੇ, ਉਹਦੀ ਨੇਚਰ ਵੇਖੋ। ਉਹਦੇ ਤੋਂ ਬਾਅਦ ਨਾਲ ਉਹਨੂੰ ਪੋਲਾ ਪਹਿਲਾ ਹਫਤਾ ਇੱਕ ਜਿਹੜਾ ਨਾ ਮਸਾਲਾ ਦਿਓ। ਮਸਾਲੇ ਦੇ ਵਿੱਚ ਤੁਸੀਂ ਕਹਿ ਲਓ ਕਿ ਜਿਸ ਤਰ੍ਹਾਂ ਅੱਜ ਗਰਮੀਆਂ ਨੇ, ਘੁੱਟ ਕੇ ਛੋਟੀ ਜਿਹੀ ਪਿੰਨੀ ਬਣਾ ਲਓ, ਵਿੱਚ ਉਹਦੇ 'ਚ ਜਨਾਬ ਨਾਰਦਾਣਾ, ਕਾਲਾ ਨਮਕ, ਪੁਦੀਨਾ, ਵਿੱਚ ਬਾਜ਼ਾਰੋਂ ਮਿਲਦਾ ਸਟਾਮੀ ਪਾਊਡਰ, ਉਹ ਮਿਕਸ ਕਰ ਲਓ ਬਣਾ ਕੇ, ਇੱਕ ਪਿੰਨੀ ਬਣੀ ਹੋਏ। ਉਹ ਇੱਕ ਪਿੰਨੀ ਉਹਨੂੰ ਸੁਬਾਹ ਇੱਕ ਸ਼ਾਮ ਜਿਹੜੀ ਨਾ ਲਗਾਤਾਰ 3-4-5 ਦਿਨ ਦਿਓ। ਉਹਦੇ ਨਾਲ ਕੀ ਹੋਏਗਾ, ਉਹਦਾ ਹਾਜ਼ਮਾ ਫਿੱਟ ਹੋਏਗਾ, ਉਹਦੀ ਭੁੱਖ ਵਧੇਗੀ, ਪੱਠੇ ਮਜ਼ੀਦ ਖਾਣੇ ਸ਼ੁਰੂ ਹੋਏਗੀ। ਜਦੋਂ 4-5 ਦਿਨ ਤੁਹਾਡੇ ਗੁਜ਼ਰ ਜਾਣ, ਤੁਹਾਨੂੰ ਪਤਾ ਲੱਗੇ ਕਿ ਹੁਣ ਬੱਕਰੀ ਆਪਣੀ ਰੂਟੀਨ 'ਚ ਪੱਠੇ ਖਾਣ ਲੱਗ ਪਈ, ਉਹਦੀ ਰੁੱਤ ਵੀ ਥੋੜੀ ਚੇਂਜ ਹੋਣ ਲੱਗ ਪਈ ਹੈ, ਫਿਰ ਜਾ ਕੇ ਤੁਸੀਂ ਜਦੋਂ ਆਪਣਾ ਆਪ ਸੰਭਲ ਜਾਏ, ਉਹਨੂੰ ਤੁਸੀਂ ਜਿਹੜਾ ਨਾ ਕਿਰਮਾਂ ਵਾਲੀ ਦਵਾਈ ਦੇ ਦਿਓ, ਉਹਦੀ ਡਿਵਰਮਿੰਗ ਕਰੋ ਅੰਦਰੋਂ, ਠੀਕ ਹੈ। ਉਸ ਤੋਂ ਬਾਅਦ ਫਿਰ ਮਜ਼ੀਦ ਕੋ ਹਫਤਾ 10 ਦਿਨ ਵਕਫਾ ਪਾ ਕੇ ਫਿਰ ਤੁਸੀਂ ਉਹਨੂੰ ਆਇਵਰਮੈਕਟਨ ਲਾਓ, ਅਗਰ ਤਾਂ ਉਹਦੇ ਬਾਹਰ ਕੋਈ ਕੀੜੇ ਵਗੈਰਾ ਕੁਛ ਹੈ, ਨਹੀਂ ਤਾਂ ਉਹ ਖਤਮ ਹੋ ਜਾਣ, ਠੀਕ ਹੈ। ਇਹ ਕੰਮ ਕਹਿ ਲਓ ਕਿ ਬੱਕਰੀ ਲਿਆਉਣ ਤੋਂ 10-15 ਦਿਨ ਬਾਅਦ ਤੁਸੀਂ ਰੂਟੀਨ ਕਰਨੀ ਹੈ ਸਾਰੀ। ਉਹਦੇ ਨਾਲ ਕੀ ਹੋਏਗਾ ਕਿ ਬੱਕਰੀ ਦੇ ਜਿਹੜੇ ਅੰਦਰ ਭੁੱਖਾਂ ਦੀ ਮਾਰੀ ਸੀ, ਉਹ ਚੀਜ਼ ਉਹਦੀ ਖਤਮ ਹੋ ਜਾਏਗੀ, ਠੀਕ ਹੈ। ਇਹ ਕੰਮ ਕਰਨ ਦੀ ਦੇਰ ਤੁਹਾਨੂੰ ਆਪਣੇ ਆਪ ਠੀਕ ਬੱਕਰੀ ਲਿਆਉਣ ਤੋਂ 1.5-2 ਮਾਹ ਬਾਅਦ ਉਹਦਾ ਰਿਜ਼ਲਟ ਨਜ਼ਰ ਆ ਜਾਏਗਾ। ਉਹੋ ਹੀ ਬੱਕਰੀ ਜਿਹੜੀ ਤੁਸੀਂ 35-40 ਹਜ਼ਾਰ ਦੀ ਲੈ ਕੇ ਆਏ ਹੋਵੋਗੇ ਨਾ, 2 ਮਾਹ ਬਾਅਦ ਇਸ ਰੂਟੀਨ ਨਾਲ ਅਗਰ ਚੱਲੋਗੇ ਤਾਂ ਤੁਹਾਡੀ ਉਹੀ ਬੱਕਰੀ ਡਬਲ, ਬੇਸ਼ੱਕ ਫੰਡਰ ਵੀ ਹੋਏਗੀ, ਕੋਈ ਅੱਗੂ ਨਹੀਂ ਮਤਲਬ ਬਣੀ ਦੀ ਨਹੀਂ ਜਾਂ ਬੱਚੇ ਨਹੀਂ ਹੈ, ਮਗਰ ਫਿਰ ਵੀ ਉਹ ਤੁਹਾਡੀ ਬੱਕਰੀ 60-70 ਹਜ਼ਾਰ ਰੁਪਏ ਦੀ 2 ਮਾਹ ਦੇ ਅੰਦਰ 50-60 ਹਜ਼ਾਰ ਦੀ ਵਿਕ ਸਕਦੀ, ਠੀਕ ਹੈ। ਔਰ ਅਗਰ ਅੱਗੂ ਤੁਸੀਂ ਉਹਨੂੰ ਵਧਾਉਣਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਆਪਣੀ ਮਰਜ਼ੀ, ਠੀਕ ਹੈ। ਹੁਣ ਦੂਸਰੀ ਤਰਫ ਤੁਹਾਨੂੰ ਦੱਸ ਰਿਹਾ, ਜਿਹੜੀ ਤੁਹਾਨੂੰ ਵੀਡੀਓ 'ਚ ਪਹਿਲੇ ਗੱਲ ਕੀਤੀ ਸੀ ਕਿ ਆਇਆ ਕਿ ਮੈਂ 65 ਹਜ਼ਾਰ ਦੀਆਂ 2 ਬੱਕਰੀਆਂ ਕਿਸ ਤਰ੍ਹਾਂ ਲਾਈਆਂ ਔਰ ਇਹਨਾਂ 'ਚ ਕਿੰਜ ਮੁਨਾਫਾ ਕਮਾਇਆ, ਕੀ ਮੈਂ ਅੱਜ ਤੱਕ ਇਹਨਾਂ 'ਚ ਕਮਾਇਆ 1 ਸਾਲ ਦੇ ਅੰਦਰ ਉਹਦੀ ਤੁਹਾਨੂੰ ਡਿਟੇਲ ਦਿੰਦੇ ਆ, ਠੀਕ ਹੈ। ਪਹਿਲੇ ਨੰਬਰ ਤੇ ਇਹ ਕਿ ਇਹ 65 ਹਜ਼ਾਰ ਦੀ ਮੈਂ ਲਈਆਂ ਕਿੰਜ ਸਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਇਸ ਤਰ੍ਹਾਂ ਫਿਰ ਟੁਰ ਕੇ ਫੰਡਰਾਂ ਬੱਕਰੀਆਂ ਸਨ, ਤੁਰਈ ਦੀਆਂ ਹਨ ਦੋਏ ਬੱਕਰੀਆਂ, ਮੈਨੂੰ ਤਦ ਮਿਲ ਗਈਆਂ 65 ਹਜ਼ਾਰ ਦੀਆਂ। ਲਿਆ ਕੇ ਇਹੋ ਜਿਹੜਾ ਮੈਂ ਤੁਹਾਨੂੰ ਦੱਸਿਆ ਪ੍ਰੋਟੋਕੋਲ ਸਾਰਾ ਇਹਨਾਂ ਨੂੰ ਮੈਂ ਲਾਇਆ ਤਰਤੀਬ ਦੇ ਨਾਲ, ਔਰ 1 ਸਾਲ ਦੇ ਅੰਦਰ ਅੰਦਰ ਅੱਗੋਂ ਤੁਹਾਨੂੰ ਦੱਸ ਰਿਹਾ ਕਿ ਅੱਲਾ ਦੀ ਬਰਕਤ ਔਰ ਰਹਿਮਤ ਦੇ ਨਾਲ ਮੇਰੀ ਮਿਹਨਤ ਜਿਹੜੀ ਕਿੱਥੋਂ ਤੱਕ ਪੜੀ ਔਰ ਮੈਨੂੰ ਉਹਦੇ 'ਚ ਕੀ ਸਿਲਾ ਲੱਭਾ, ਉਹ ਤੁਹਾਨੂੰ ਸਾਰੀ ਡਿਟੇਲ ਦਿੰਦੇ ਆ ਇਨਸ਼ਾਅੱਲਾ। ਅੱਛਾ ਜੀ ਵੀਰੋ, ਇਹਦੇ ਵਿੱਚ ਪ੍ਰੋਫਿਟ ਮੈਂ ਕੀ ਲਈਏ ਕਿ ਸਭ ਤੋਂ ਪਹਿਲਾਂ ਮਾਸ਼ਾਅੱਲਾ ਵੇਖ ਲਓ ਕਿ ਬੱਕਰੀਆਂ ਇਸ ਟਾਈਮ ਤਕਰੀਬਨ ਪ੍ਰੋਪਰ ਸਿਹਤ ਦੇ ਵਿੱਚ ਨੇ। ਹੁਣ ਜਿਹੜੀ ਨਾਗਰੀ ਬੱਕਰੀ ਸੀ, ਇਹ ਮੇਰੇ ਕੋਲ ਆ ਕੇ ਬਾਅਦ ਦੇ ਵਿੱਚ ਜਨਾਬ ਸਿਹਤ ਫੜੀ, ਇਹਨੇ ਗੱਭਣ ਹੋਈ, ਗੱਭਣ ਹੋਣ ਤੋਂ ਬਾਅਦ ਇਹਨੇ ਮਾਸ਼ਾਅੱਲਾ ਇਹ 2 ਪੱਠਾਂ ਜਿਹੜੀਆਂ ਨਜ਼ਰ ਆ ਰਹੀਆਂ ਤੁਹਾਨੂੰ ਕੈਮਰੇ ਦੇ ਵਿੱਚ, ਇਹ 2 ਲੈ ਲਈਆਂ ਇਹਨੇ ਦਿੱਤੀਆਂ, ਠੀਕ ਹੈ। ਹੁਣ ਤੁਸੀਂ ਆਪ ਹੀ ਸੋਚ ਲਓ ਕਿ 1 ਸਾਲ ਦੇ ਅੰਦਰ ਇਸ ਬੱਕਰੀ ਨੇ ਮੈਨੂੰ ਮਿਲੀ ਹੈ ਕਿ 30 ਤੋਂ 32 ਹਜ਼ਾਰ ਰੁਪਏ ਦੀ ਬੱਕਰੀ ਪਈ ਘਰ ਆਉਣ ਤੱਕ, ਠੀਕ ਹੈ। ਸਾਲ ਇੱਕ ਸੇਵਾ ਕੀਤੀ ਹੈ ਇਹਦੀ, ਨਾਲ ਹੁਣ 2 ਪੱਠਾਂ ਨੇ ਇਹਦੇ ਮਗਰ, ਠੀਕ ਹੈ। ਉਸ ਤੋਂ ਬਾਅਦ ਚਿੱਟੀ ਬੱਕਰੀ ਸੀ, ਠੀਕ ਹੈ, ਇਹ ਵੀ ਸੂਈ ਹੈ, ਸੂ ਕੇ ਤੇ ਇਹਦੇ ਮਗਰ ਜਨਾਬ ਇਹ ਜੋੜਾ ਹੈ, ਇਹ ਗੌਰ ਕਰੋ ਤੁਸੀਂ, ਟਾਪ ਕੁਆਲਿਟੀ ਦੇ ਜਨਾਬ ਰਾਜਨਪੁਰੀ ਬੱਕਰੇ ਕੋ ਕ੍ਰਾਸ ਕਰਾਈ ਸੀ, ਇਹ ਵੀ ਜੋੜਾ ਹੈ, ਇੱਕ ਲੈ ਲਈ ਇੱਕ ਲੈ ਲੈ, ਇਹ 2 ਇਹਨੇ ਦਿੱਤੇ ਹੋਏ ਨੇ, ਠੀਕ ਹੈ। ਮਕਸਦ ਗੱਲ ਕਰਨ ਦਾ ਹੈ ਵੇ 65 ਹਜ਼ਾਰ ਦੀਆਂ 2 ਬੱਕਰੀਆਂ ਲਈਆਂ ਸਨ, ਅੱਲਾਹ ਪਾਕ ਦੇ ਕਰਮ ਫਜ਼ਲ ਔਰ ਮਿਹਨਤ ਦੇ ਨਾਲ ਰੱਬ ਨੇ ਰੰਗ ਲਾਏ ਤੇ ਜਨਾਬ ਦੂਹ ਦੇ ਉੱਤੋਂ ਰੱਬ ਦਾ ਕਰਮ ਹੋਇਆ 6 ਨਾਗ ਹੋ ਗਏ ਨੇ, ਠੀਕ ਹੈ। ਹੁਣ ਅਗਰ ਹਾਲੀ ਅਸੀਂ ਨਗਾਂ ਦਾ ਹੀ ਜ਼ਰਬ ਮਾਰੀਏ ਤੇ ਤੁਸੀਂ ਸਾਰੇ ਭਰਾ ਸਿਆਣੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰਿਆਂ ਨੂੰ ਪਤਾ ਮਾਰਕੀਟ ਕਿੱਥੇ ਚੱਲਦੀ ਵੀ ਕਿ ਇਸ ਟਾਈਮ ਇਹ ਬੱਕਰੀਆਂ ਦਾ ਮੁੱਲ ਕੀ ਹੋ ਸਕਦਾ, ਕਿਉਂ ਕਿ ਮੰਡੀ ਦੇ ਵਿੱਚ ਇਹ ਬੱਕਰੀ ਇਹ ਨਸਲਾਂ ਜਿਹੜੀਆਂ ਨੇ ਤੁਸੀਂ ਲੈਣ ਜਾਓ ਤੇ ਐਵਰੇਜ ਰੇਟ ਜਿਹੜਾ 1-1.25 ਲੱਖ ਰੁਪਏ ਦੀ ਇਹ ਬੱਕਰੀ ਮਿਲਦੀ ਹੈ ਵੀ,
ਤੇ ਆਪ ਹੀ ਹਿਸਾਬ ਲਾ ਲਓ ਕਿ ਇਸ ਟਾਈਮ ਇਹ ਬੱਕਰੀਆਂ ਦੇ ਰੇਟ ਕਿੱਥੇ ਗਏ ਉਹਨੇ 1 ਸਾਲ ਦੇ ਅੰਦਰ ਮੈਨੂੰ ਕਿੰਨੀ ਕੁ ਪ੍ਰੋਫਿਟ ਹੋਈ ਹੈ। ਬਲਕਿ ਸੌ ਜਿਹੜੇ ਤਜਰਬਾਕਾਰ ਭਰਾ ਨੇ ਕਮੈਂਟ ਦੇ ਵਿੱਚ ਹਿਸਾਬ ਲਾ ਕੇ ਦੱਸੋ ਕਿ ਕਿੰਨੀ ਕੁ ਪ੍ਰੋਫਿਟ ਜੇ ਗਿਆ। ਔਰ ਅਗਲੂ ਪਲੱਸ ਪੁਆਇੰਟ ਇੱਕ ਹੋਰ ਵੇਖੋ ਤੁਸੀਂ ਕਿ ਅੱਗੂ ਦੋਨੋਂ ਬੱਕਰੀਆਂ ਫੇਰ ਗੱਭਣ ਹੋ ਗਈਆਂ ਹੋਈਆਂ। ਅੱਜ ਕੋ 10-15 ਦਿਨ ਹੋ ਗਏ ਨੇ ਇਹਨਾਂ ਨੂੰ ਗੱਭਣ ਹੋਇਆ, ਠੀਕ ਹੈ। ਮਤਲਬ ਕਿ ਨਾ ਮਜ਼ੀਦ ਅੱਗੂ ਫੇਰ ਕੋ 5-4 ਸਾਢੇ 4 ਮਾਹ ਬਾਅਦ ਦੁਬਾਰਾ ਸੂ ਪੈਣਾ। ਤੇ ਅੱਲਾ ਦੀ ਬਰਕਤ ਹੈ, ਅੱਲਾ ਨੇ ਬੜੀ ਬਰਕਤ ਪਾਈ ਹੈ ਮਿਹਨਤ 'ਚ। ਤੇ ਇਹ ਭਰਾਵਾਂ ਤੋਂ ਸਾਰਿਆਂ ਕਮੈਂਟ 'ਚ ਆਪੀ ਹਿਸਾਬ ਲਾ ਕੇ ਦੱਸਣਾ ਤਾਂ ਕਿ ਤੁਹਾਡਾ ਤਜਰਬਾ ਵੇਖੀਏ ਕਿ ਮੈਨੂੰ 1 ਸਾਲ 'ਚ ਇਹਨਾਂ 'ਚ ਕਿੰਨੀ ਕੁ ਪ੍ਰੋਫਿਟ ਹੋਈ ਹੈ, ਕੀ ਇਹਨਾਂ 'ਚ ਮੈਨੂੰ ਬਚਿਆ। ਦੱਸ ਤੇ ਮੈਂ ਡਿਟੇਲ ਤੁਹਾਨੂੰ ਛੜੀ ਹੈ ਸਾਰੀ, ਹੁਣ ਅੱਗੂ ਫਿਗਰ ਤੁਹਾਂ ਦੱਸਣੇ ਨੇ। ਇਹਦੇ ਨਾਲ ਹੀ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਸਾਰੇ ਭਰਾ ਸ਼ੇਅਰ ਕਰੋ, ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਹਦੇ ਨਾਲ ਸਾਡੀ ਵੀ ਹੌਸਲਾ ਅਫਜ਼ਾਈ ਹੁੰਦੀ ਹੈ। ਔਰ ਅਸੀਂ ਮਜ਼ੀਦ ਆਈਂਦੇ ਤੁਹਾਡੇ ਵਾਸਤੇ ਨਵੇਂ ਮਸ਼ਵਰੇ ਲੈ ਕੇ ਆਵਾਂਗੇ ਇਨਸ਼ਾਅੱਲਾ। ਅੱਲਾ ਹਾਫਿਜ਼।